तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਨਾਮ ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜੋ ਹਮਰੀ ਬਿਦ ਹੋਤੀ ਮੇਰਾ ਸਤਿਗੁਰਾ, ਸਾ ਬਿਦ ਤੁਮ ਹਰ ਜਾਨਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਿਨ ਕੇਰਾ, ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕੇ ਆਪ ਸੰਗਤ ਰੋਜ਼ਾਨਾ ਦੇਸ਼ ਅਤੇ ਵਿਦੇਸ਼ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਵਿਚਾਰ ਨੂੰ ਸਰਵਨ ਕਰ ਰਹੇ ਹੋ। ਸਤਿਗੁਰੂ ਕਿਰਪਾ ਕਰਨ ਆਓ ਫਤਿਹ ਦੀ ਸਾਂਝ ਕਰੀਏ। ਪਿਆਰ ਸਤਿਕਾਰ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਠਾਰਨ ਦੇ ਵਾਸਤੇ ਜਿਹੜੇ ਮਨ ਦੇ ਵਿੱਚ ਭਾਵਨਾ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਤਰਸਦੇ ਸਨ, ਉਹਨਾਂ ਦੀ ਪਿਆਸ ਬੁਝਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਜਗਤ ਯਾਤਰਾ ਪ੍ਰਾਰੰਭ ਕੀਤੀ। ਮਹਾਰਾਜ ਆਨੰਦਪੁਰ ਸਾਹਿਬ ਤੋਂ ਤੁਰੇ, ਅਨੇਕਾਂ ਹੀ ਜੀਵਾਂ ਜਗਿਆਸੂਆਂ ਦਾ ਸਤਿਗੁਰੂ ਮਹਾਰਾਜ ਜੀ ਨੇ ਉਦਾਰ ਕੀਤਾ। ਉਹਨਾਂ ਦੀ ਭਾਵਨਾ ਨੂੰ ਸਤਿਗੁਰੂ ਮਹਾਰਾਜ ਜੀ ਨੇ ਫਲ ਲਾਉਣਾ ਕੀਤਾ। ਸਤਿਗੁਰੂ ਮਹਾਰਾਜ ਜੀ ਆਕੜ ਟਹਿਲਪੁਰਾ ਤੋਂ ਹੁੰਦਿਆਂ ਹੋਇਆਂ ਮਹਾਰਾਜ ਜਿਸ ਵੇਲੇ ਸੈਫਾਬਾਦ ਜਾਂਦੇ ਨੇ, ਸੈਫਾਬਾਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਰਨ ਜਿਹੜੇ ਸੀ, ਉਹ ਸੈਫ ਖਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸੇ। ਅੱਜ ਵੀ ਤੁਸੀਂ ਇਸ ਅਸਥਾਨ 'ਤੇ ਜਾਓ, ਇਸ ਅਸਥਾਨ ਦੇ ਉੱਪਰ ਗੁਰਦੁਆਰਾ ਬਹਾਦਰਗੜ੍ਹ ਜਿਹੜਾ ਹੈ ਉਹ ਸੁਭਾਏਮਾਨ ਹੈ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਜਾ ਕੇ ਟਿਕਾਣਾ ਕੀਤਾ। ਸੈਫ ਖਾਨ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਬਹੁਤ ਅਤ ਦਾ ਪ੍ਰੇਮ ਬਣਿਆ। ਜਿਸ ਦਿਨ ਪਹਿਲੀ ਵਾਰੀ ਸੈਫ ਖਾਨ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸਨ ਵਾਸਤੇ ਆਇਆ, ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਇਸਨੇ ਮੂਸਾ ਰੋਪੜੀ ਦੇ ਕੋਲੋਂ ਸਰਵਣ ਕੀਤੀ ਸੀ। ਮੂਸਾ ਰੋਪੜੀ ਉਹ ਜਿਹੜਾ ਆਨੰਦਪੁਰ ਸਾਹਿਬ ਦੀ ਜਦੋਂ ਸਤਿਗੁਰੂ ਮਹਾਰਾਜ ਉਸਾਰੀ ਕਰਾਉਂਦੇ ਨੇ ਚੱਕ ਨਾਨਕੀ ਦੀ, ਅਤੇ ਉਹਨੇ ਸਵਾਲ ਕੀਤਾ ਸੀ ਕਿ ਫਕੀਰ ਹੋਵੇ ਅਤੇ ਜੰਜਾਲ ਕੈਸਾ।
ਤੇ ਮਹਾਰਾਜ ਨੇ ਉਹਨੂੰ ਦੱਸਿਆ ਸੀ ਕਿ ਫਕੀਰ ਜਿਹੜਾ ਹੈ, ਵਿਰਾਗ ਜਿਹੜਾ ਹੈ, ਉਹ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਵੀ ਪ੍ਰਵਾਨ ਹੋ ਸਕਦਾ ਹੈ। ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਮੂਸਾ ਰੋਪੜੀ ਦੇ ਕੋਲੋਂ ਜਿਹੜਾ ਸੀ, ਉਹ ਸੈਫ ਖਾਨ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅਜ਼ਮਤ ਨੂੰ ਸੁਣਿਆ ਸੀ। ਉਸ ਵੇਲੇ ਦਾ ਇੱਕ ਕਾਰਵਾਂ ਬਣ ਚੁੱਕਿਆ ਸੀ ਕਿ ਪੀਰ ਭੀਖਨ ਸ਼ਾਹ, ਠਸਕੇ ਵਾਲਾ ਪੀਰ, ਇਹ ਸੈਫ ਖਾਨ ਜਿਹੜਾ ਸੀ, ਤੇ ਮੂਸਾ ਰੋਪੜੀ, ਇਹ ਇਹਨਾਂ ਦਾ ਇੱਕ ਕਾਫਲਾ, ਇੱਕ ਵੱਖਰੀ ਮਜਲਿਸ ਬਣ ਚੁੱਕੀ ਸੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਚਰਨ ਸੈਫ ਖਾਨ ਨੇ ਪਰਸੇ। ਸੈਫ ਖਾਨ ਜਿਹੜਾ ਹੈ, ਇਹ ਅੰਗਰੇਜ਼ ਜਿਹੜਾ ਸਿਆਸਤ ਦੇ ਵਿੱਚ ਜਿਹੜਾ ਉਸ ਵੇਲੇ ਦੀ ਸਲਤਨਤ ਦਾ ਬਾਦਸ਼ਾਹ ਹੈ ਜਹਾਂਗੀਰ, ਇਹ ਸ਼ਾਹਜਹਾਨ ਦਾ ਜਿਹੜਾ ਸਾਧ ਸੰਗਤ ਜੀ, ਇਹ ਸਾਂਢੂ ਵੀ ਹੈ। ਸੈਫ ਖਾਨ ਸ਼ਾਹਜਹਾਨ ਦਾ ਸਾਂਢੂ ਹੈ ਤੇ ਕਸ਼ਮੀਰ ਦਾ ਗਵਰਨਰ ਰਹਿ ਚੁੱਕਾ। ਔਰੰਗਜ਼ੇਬ ਨੇ ਇੱਕ ਤਰੀਕੇ ਦਾ ਦੇਸ਼ਨ ਕਾਲਾ ਦੇਣ ਵਾਸਤੇ, ਇੱਕ ਤਰੀਕੇ ਦਾ ਇਹਨਾਂ ਨੂੰ ਆਪਣੇ ਦੇਸ਼ 'ਚੋਂ ਸਜ਼ਾ ਦੇਣ ਵਾਸਤੇ, ਔਰੰਗਜ਼ੇਬ ਨੇ 12 ਖੁਸ਼ਕ ਪਿੰਡ ਜਿਹੜੇ ਸਨ, ਉਹ ਸੈਫ ਖਾਨ ਨੂੰ ਜਗੀਰ ਦੇ ਵਜੋਂ ਦੇ ਦਿੱਤੇ। ਪਰ ਸਾਧ ਸੰਗਤ ਜੀ, ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ, ਉਹ ਜਿੱਥੇ ਮਰਜ਼ੀ ਜਾ ਕੇ ਬੈਠ ਜਾਣ, ਉੱਥੇ ਹੀ ਪ੍ਰਮਾਤਮਾ ਦੀ ਕਿਰਪਾ ਵਰਤ ਜਾਂਦੀ ਹੈ। ਤੁਸੀਂ ਸੰਸਾਰ ਦੇ ਵਿੱਚ ਦੇਖੋ ਕਿ ਬਹੁਤ ਸਾਰੇ ਐਸੇ ਰਜਵਾੜੇ ਹੋਏ ਨੇ ਜਿਨ੍ਹਾਂ ਨੇ ਆਪਣੇ ਕਿਲੇ ਬਣਾਏ, ਆਪਣੇ ਤਖਤ ਬਣਾਏ, ਤੇ ਉਹਨਾਂ ਤਖਤਾਂ ਦੇ ਉੱਪਰ ਬੈਠ ਕਰਕੇ ਉਹਨਾਂ ਬਹੁਤ ਸਾਰੇ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਜਿਹੜਾ ਸੀ, ਉਹਨਾਂ ਨੇ ਮਾਣਿਆ, ਨਿਰਤ ਦੇਖੇ, ਰਾਗ ਰਤਨ ਸੁਣਿਆ, ਉਹਨਾਂ ਨੇ ਬਹੁਤ ਤਰ੍ਹਾਂ ਦੇ ਭੋਜਨ ਪਕਵਾਨ ਖਾਧੇ। ਪਰ ਅੱਜ ਉਹਨਾਂ ਦੇ ਜਿਹੜੇ ਉਹ ਮਹਿਲ ਮਾੜੀਆਂ 'ਚ ਜਾ ਕੇ ਦੇਖੋ, ਜਿਹੜੇ ਅੱਜ ਬਿਲਕੁਲ ਖੰਡਰ ਹੋ ਚੁੱਕੇ ਨੇ, ਕੇਵਲ ਪਸ਼ੂ ਤੇ ਪੰਛੀ ਉੱਥੇ ਰਹਿੰਦੇ ਨੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜੰਗਲਾਂ ਦੇ ਵਿੱਚ ਜਾ ਕੇ ਚਰਨ ਪਾਏ। ਸਤਿਗੁਰ ਮਹਾਰਾਜ ਉਜਾੜਾਂ ਦੇ ਵਿੱਚ ਜਾ ਕੇ ਬੈਠ ਗਏ। ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਮਹਾਰਾਜ ਜਾਂ 10 ਗੁਰੂ ਸਾਹਿਬਾਨਾਂ ਨੇ ਚਰਨ ਪਾਏ, ਉਹ ਧਰਤੀ ਜਿਹੜੀ ਸੀ ਅੱਜ ਪੂਜਨਯੋਗ ਹੋ ਗਈ। ਅਸੀਂ ਬਾਣੀ ਦੇ ਵਿੱਚੋਂ ਦਰਸ਼ਨ ਕਰਦੇ ਹਾਂ। ਸਤਿਗੁਰ ਮਹਾਰਾਜ ਜੀ ਦੇ ਬਚਨ ਨੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਬੰਦਗੀ ਕਰਨ ਵਾਲਾ ਚਲੇ ਜਾਂਦਾ ਹੈ, ਉਹ ਤੀਰਥ ਬਣ ਜਾਂਦਾ ਹੈ। ਇੱਕ ਵਿਦਵਾਨ ਨੇ ਤੀਰਥ ਦੇ ਅਰਥ ਕੀਤੇ। ਉਹ ਕਹਿਣ ਲੱਗਾ ਕਿ ਜਿੱਥੇ ਕਿਸੇ ਨਾਮ ਜਪਣ ਵਾਲੇ ਦਾ ਆਗਮਨ ਹੁੰਦਾ ਹੈ, ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੋਂ ਪਹਿਲਾਂ ਵੀ ਤੇ ਤਲਵੰਡੀ ਰਾਏ ਭੋਏ ਦੀ ਮੌਜੂਦ ਸੀ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਵਿੱਚ ਉਹ ਤਲਵੰਡੀ ਜਿਹੜੀ ਹੈ, ਉਹ ਨਨਕਾਣਾ ਸਾਹਿਬ ਹੋ ਗਈ। ਇੱਕ ਤਾਂ ਤੀਰਥ ਉਹ ਹੈ ਜਿੱਥੇ ਕਿਸੇ ਅਵਤਾਰੀ ਪੁਰਖ ਨੇ, ਨਾਮ ਜਪਣ ਵਾਲੇ ਨੇ ਜਨਮ ਅਵਤਾਰ ਧਾਰਨ ਕੀਤਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰ ਮਹਾਰਾਜ ਜੀ ਦਾ 1621 ਦੇ ਵਿੱਚ ਆਗਮਨ ਹੋਇਆ, ਤੇ ਉਹ ਅੱਜ ਸਾਡਾ ਤੀਰਥ ਹੈ। ਦੂਸਰਾ ਤੀਰਥ ਉਹਨੂੰ ਆਖਦੇ ਨੇ ਕਿ ਜਿਸ ਧਰਤੀ ਦੇ ਉੱਤੇ ਕਿਸੇ ਨੇ ਬੈਠ ਕਰਕੇ ਨਾਮ ਜਪਿਆ ਹੋਵੇ। ਤੀਸਰਾ ਤੀਰਥ ਉਹਨੂੰ ਆਖਦੇ, ਜਿਵੇਂ ਦੂਸਰੇ ਤੀਰਥ ਦੀ ਨਾਮ ਜਪਣ ਦੀ ਗੱਲ ਕੀਤੀ, ਬਾਬਾ ਬਕਾਲਾ ਸਾਹਿਬ ਦੀ ਧਰਤੀ, ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ 26 ਸਾਲ 9 ਮਹੀਨੇ 13 ਦਿਨ ਮਹਾਰਾਜ ਦਾ ਉੱਥੇ ਤਪ, ਉੱਥੇ ਉਹਨਾਂ ਦੀ ਕਰਮ ਭੂਮੀ ਹੈ। ਤੀਸਰਾ ਜਿਹੜਾ ਹੈ, ਉਹਨੂੰ ਤੀਰਥ ਆਖਦੇ ਨੇ ਜਿੱਥੇ ਵਿਸ਼ੇਸ਼ ਕੌਤਕ ਕੋਈ ਵਰਤਿਆ ਹੋਵੇ, ਉਹਨੂੰ ਵੀ ਤੀਰਥ ਆਖਦੇ ਨੇ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਹਸਨ ਅਬਦਾਲ ਜਾਂਦੇ ਨੇ, ਵਲੀ ਕੰਧਾਰੀ ਉੱਤੋਂ ਪੱਥਰ ਸੁੱਟਦਾ ਹੈ ਤੇ ਸਤਿਗੁਰ ਮਹਾਰਾਜ ਪੰਜੇ ਦੇ ਨਾਲ ਪੱਥਰ ਰੋਕਦੇ ਨੇ, ਤੇ ਪੰਜਾ ਸਤਿਗੁਰ ਮਹਾਰਾਜ ਜੀ ਦਾ ਉਸ ਪੱਥਰ ਤੇ ਸ਼ਬਦ ਹੈ। ਇਹ ਵੀ ਤੀਰਥ ਹੈ। ਤੇ ਚੌਥਾ ਤੀਰਥ ਵਿਦਵਾਨ ਕਹਿੰਦੇ ਨੇ ਕਿ ਜਿੱਥੇ ਨਾਮ ਜਪਣ ਵਾਲੇ ਨੇ ਅੰਤਮ ਸਵਾਸ ਲਏ ਹੋਏ ਹੋਣ, ਪ੍ਰਾਣ ਤਿਆਗੇ ਹੋਣ, ਆਪਣੇ ਜੀਵਨ ਦੀਆਂ ਅੰਤਮ ਘੜੀਆਂ ਨੂੰ ਜਿਹੜਾ ਸੀ ਉੱਥੇ ਬਤੀਤ ਕੀਤਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਸ਼ਹੀਦ ਹੁੰਦੇ ਨੇ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਜੋਤੀ ਜੋਤ ਸਮਾਉਂਦੇ ਨੇ, ਤੇ ਉਹ ਵੀ ਸਾਡਾ ਤੀਰਥ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਇਹ ਜਦੋਂ ਜਾਂਦੇ ਨੇ, ਸੈਫਾਬਾਦ ਜਾਂਦੇ ਨੇ, ਤੇ ਸੈਫ ਖਾਂ ਸਤਿਗੁਰ ਮਹਾਰਾਜ ਨੂੰ ਲੈਣ ਵਾਸਤੇ ਆਇਆ। ਇਹ ਉਹ ਧਰਤੀ ਸੀ ਜਿਹਨੂੰ ਖੁਸ਼ਕ ਧਰਤੀ ਕਿਹਾ ਜਾਂਦਾ ਸੀ, ਤੇ 12 ਪਿੰਡਾਂ ਦੀ ਜ਼ਗੀਰ ਜਿਹੜੀ ਸੀ ਉਹ ਸੈਫਾਬਾਦ ਨੂੰ, ਸੈਫ ਖਾਨ ਨੂੰ ਦਿੱਤੀ ਗਈ ਔਰੰਗਜ਼ੇਬ ਦੇ ਵੱਲੋਂ। ਪਰ ਉਹਦੀ ਬੰਦਗੀ, ਉਹਦੀ ਮਿਹਨਤ,
ਤੇ ਪ੍ਰਮਾਤਮਾ ਦੀ ਕਿਰਪਾ ਇੰਨੀ ਵਰਤੀ ਕਿ ਉਹ ਧਰਤੀ ਜਿਹਨੂੰ ਖੁਸ਼ਕ ਧਰਤੀ ਕਿਹਾ ਗਿਆ ਸੀ, ਉਸ ਧਰਤੀ ਦੇ ਉੱਤੇ ਵੀ ਪ੍ਰਮਾਤਮਾ ਦੀ ਕਿਰਪਾ ਵਰਤੀ, ਉਹ ਵੀ ਹਰੀ ਤੇ ਭਰੀ ਹੋ ਗਈ। ਸਤਿਗੁਰੂ ਮਹਾਰਾਜ ਨੂੰ ਜਦੋਂ ਸੈਫ ਖਾਂ ਲੈਣ ਵਾਸਤੇ ਆਇਆ ਤੇ ਆਪ ਸਤਿਗੁਰੂ ਮਹਾਰਾਜ ਜੀ ਦੀ ਘੋੜੇ ਦੀ ਰਕਾਬ ਫੜ ਕੇ ਨਾਲ ਤੁਰਦਾ ਏ। ਆਪ ਪੈਦਲ ਨਾਲ ਤੁਰਿਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਘੋੜੇ ਤੇ ਸਵਾਰ ਤੇ ਮਹਾਰਾਜ ਜੀ ਦੇ ਨਾਲ ਨਾਲ ਤੁਰਦਾ ਗਿਆ, ਆਪਣੇ ਘਰ ਆਪਣੇ ਮਹਿਲਾਂ ਦੇ ਵਿੱਚ ਲੈ ਕੇ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜਦੋਂ ਇਹਦੇ ਮਹਿਲ ਦੇ ਵਿੱਚ ਗਏ ਤੇ ਉਹ ਮਹਿਲ ਜਿਹੜੇ ਸੀ ਕਿਲ੍ਹਾ ਨੂੰਮਾਂ ਬਣੇ ਹੋਏ ਸੀ। ਸਤਿਗੁਰੂ ਮਹਾਰਾਜ ਜੀ ਨੇ ਸਵਾਲ ਕੀਤਾ, ਕਹਿਣ ਲੱਗੇ ਸੈਫ ਖਾਂ, ਇਹ ਮਹਿਲ ਨਹੀਂ ਬਣਾਏ, ਇਹ ਕਿਲ੍ਹਾ ਕਿਉਂ ਬਣਾ ਕੇ ਰੱਖਿਆ ਹੈ? ਉਹਨੇ ਬੇਨਤੀ ਕੀਤੀ, ਮਹਾਰਾਜ ਪਾਤਸ਼ਾਹ ਜੀ, ਜਦੋਂ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਮੈਂ ਇੱਥੇ ਇੱਕ ਭੇਡ ਦੇਖੀ, ਇੱਕ ਭੇਡ ਨੂੰ ਦੇਖਿਆ ਤੇ ਉਹ ਜਿਹੜੀ ਭੇਡ ਸੀ ਉਹ ਬਘਿਆੜਾਂ ਦੇ ਨਾਲ ਲੜਦੀ ਪਈ ਸੀ। ਉਹਨੇ ਇੰਨਾ ਇੱਥੇ ਉਹ ਜੂਝੀ, ਬਘਿਆੜ ਜਿਹੜੇ ਸੀ ਉਹਨੂੰ ਮਾਰਨਾ, ਉਹਨੂੰ ਖਤਮ ਕਰਨਾ, ਉਹਨੂੰ ਖਾਣਾ ਚਾਹੁੰਦੇ ਸੀ, ਪਰ ਉਹਦੇ ਅੱਗੇ ਉਹ ਟਿਕ ਨਾ ਸਕੇ, ਉਹਨਾਂ ਨੂੰ ਭੱਜਣਾ ਪਿਆ ਤੇ ਭੇਡ ਜਿਹੜੀ ਸੀ ਉਹ ਬਿਲਕੁਲ ਸੁਤੰਤਰ ਇਸ ਥਾਂ ਤੇ ਵਿਚਰੀ। ਤੇ ਮਹਾਰਾਜ, ਮੈਨੂੰ ਮਹਿਸੂਸ ਹੋਇਆ ਕਿ ਇਹ ਧਰਤੀ ਜਿਹੜੀ ਹੈ ਸ਼ਕਤੀਸ਼ਾਲੀ ਹੈ, ਬਹਾਦਰ ਧਰਤੀ ਹੈ। ਇੱਥੇ ਭੇਡ ਵੀ ਬਘਿਆੜਾਂ ਦੇ ਨਾਲ ਲੜਦੀ ਪਈ ਹੈ, ਇਸ ਕਰਕੇ ਇੱਥੇ ਮਹਿਲ ਨਹੀਂ, ਇੱਥੇ ਕਿਲ੍ਹਾ ਬਣਾਉਣਾ ਚਾਹੀਦਾ ਹੈ। ਮਹਾਰਾਜ ਕਿਲ੍ਹੇ ਦੇ ਅੰਦਰ ਦਾਖਲ ਹੁੰਦੇ ਨੇ ਤੇ ਸਤਿਗੁਰੂ ਮਹਾਰਾਜ ਕੀ ਦੇਖਦੇ ਆ ਕਿ ਕਿਲ੍ਹੇ ਦੇ ਇੱਕ ਪਾਸੇ ਗੁਰਦੁਆਰਾ ਬਣਿਆ ਤੇ ਦੂਸਰੇ ਪਾਸੇ ਮਸੀਤ ਬਣੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੈਫ ਖਾਂ, ਇੱਕ ਪਾਸੇ ਕਿਲ੍ਹਾ ਤੇ ਦੂਸਰੇ ਪਾਸੇ ਮਸੀਤ, ਇਹਦਾ ਕੀ ਕਾਰਨ? ਇਹ ਮਸੀਤ ਕਿਸ ਵਾਸਤੇ ਤੇ ਇਹ ਗੁਰਦੁਆਰਾ ਕਿਸ ਵਾਸਤੇ? ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਮੈਂ ਮੁਸਲਮਾਨ ਹਾਂ, ਇਸ ਕਰਕੇ ਮੈਂ ਮਸੀਤ ਦੇ ਵਿੱਚ ਨਮਾਜ਼ ਪੜ੍ਹਦਾ, ਬੰਦਗੀ ਕਰਦਾ। ਤੇ ਮਹਾਰਾਜ ਕਹਿੰਦੇ, ਫਿਰ ਇਹ ਧਰਮਸ਼ਾਲਾ, ਇਹ ਗੁਰਦੁਆਰਾ ਕਿਉਂ? ਕਹਿਣ ਲੱਗਾ, ਮਹਾਰਾਜ ਇਹ ਆਪ ਜੀ ਦੇ ਵਾਸਤੇ, ਕਿਉਂਕਿ ਆਪ ਸਿੱਖਾਂ ਦੇ ਗੁਰੂ ਹੋ। ਸਤਿਗੁਰੂ ਮਹਾਰਾਜ ਪਾਤਸ਼ਾਹ ਹੱਸ ਕੇ ਮੁਸਕਰਾ ਕੇ ਆਖਦੇ ਨੇ, ਸੈਫ ਖਾਂ, ਅਸੀਂ ਤਾਂ ਮਸੀਤ ਦੇ ਵਿੱਚ ਵੀ ਬੈਠ ਕੇ ਰੱਬ ਨੂੰ ਯਾਦ ਕਰ ਸਕਦੇ ਸੀ, ਇਹ ਵੱਖਰਾ ਬਣਾਉਣ ਦੀ ਕੀ ਲੋੜ? ਦੇਖੋ ਸਤਿਗੁਰੂ ਮਹਾਰਾਜ ਜੀ ਦੀ ਖੁੱਲ੍ਹ ਦਿਲੀ ਕਿ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਸੈਫ ਖਾਂ, ਸਾਡੇ ਵਾਸਤੇ ਜਿਵੇਂ ਸੂਰਜ ਦੇ ਵਾਸਤੇ ਕੋਈ ਧਰਤੀ ਵਿਸ਼ੇਸ਼ ਨਹੀਂ, ਉਹ ਸਾਰਿਆਂ ਦੇ ਉੱਤੇ ਬਰਾਬਰ ਦਾ ਚਾਨਣ ਤੇ ਪ੍ਰਕਾਸ਼ ਜਿਹੜਾ ਹੈ ਉਹ ਪੈਦਾ ਕਰਦਾ ਹੈ, ਉਹਨਾਂ ਨੂੰ ਪ੍ਰਕਾਸ਼ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਜਿਹੜਾ ਹੈ ਉਹ ਇੰਨਾ ਬੇਅੰਤ ਤੇ ਇੰਨੇ ਵੱਡੇ ਜਿਗਰੇ ਵਾਲਾ ਹੈ, ਉਹਦੇ ਵਾਸਤੇ ਆ ਜਿਵੇਂ ਅਸੀਂ ਵੰਡੀਆਂ ਦੇ ਵਿੱਚ ਵੰਡੇ ਪਏ ਹਾਂ ਕਿ ਆਹ ਛੋਟਾ, ਆਹ ਵੱਡਾ, ਆਹ ਨੀਵੀਂ ਜਾਤ, ਆਹ ਉੱਚੀ ਜਾਤ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਬਿਲਕੁਲ ਜੀਵਨ ਇਸ ਤਰ੍ਹਾਂ ਦਾ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸਾਥੀ ਰਹੇ ਨੇ ਭਾਈ ਮਰਦਾਨਾ ਸਾਹਿਬ ਜੀ। ਉਹਨਾਂ ਦੇ ਜੀਵਨ ਦੇ ਵਿੱਚ ਇੱਕ ਬੜੀ ਸੁੰਦਰ ਸਾਖੀ। ਭਾਈ ਮਰਦਾਨਾ ਆਪਣੇ ਘਰੇ ਪਰਤ ਕੇ ਆਉਂਦੇ ਨੇ ਤੇ ਘਰ ਵਾਲੀ ਜਿਹੜੀ ਸੀ ਉਹਨਾਂ ਦੀ ਗੱਲਾਂ ਕਰਦਿਆਂ ਉਹਨੇ ਇਹ ਬਚਨ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮੇਰੀਆਂ ਮੁਸਲਮਾਨ ਸਹੇਲੀਆਂ ਮੈਨੂੰ ਤਾਨੇ ਮਾਰਦੀਆਂ ਨੇ ਕਿ ਤੇਰਾ ਘਰ ਵਾਲਾ ਮਰਦਾਨਾ ਆ ਦੇਖ ਕਿਵੇਂ ਹਿੰਦੂਆਂ ਦੇ ਪਿੱਛੇ, ਖੱਤਰੀਆਂ ਦੇ ਪਿੱਛੇ ਰਬਾਬ ਚੁੱਕੀ ਫਿਰਦਾ ਹੈ, ਉਹਨਾਂ ਦੇ ਤਰਾਨੇ ਗਾਈ ਜਾਂਦਾ ਹੈ, ਕਿ ਉਹਨੂੰ ਪਤਾ ਨਹੀਂ ਕਿ ਮੁਸਲਮਾਨ ਹੋ ਕਰਕੇ ਕਾਫਰਾਂ ਦੇ ਪਿੱਛੇ ਜਾਣਾ। ਭਾਈ ਮਰਦਾਨੇ ਨੇ ਕਿਹਾ ਕਿ ਫਿਰ ਤੂੰ ਕੀ ਆਖਿਆ? ਕਹਿਣ ਲੱਗੀ ਕਿ ਮੈਂ ਇਹ ਕਿਹਾ ਕਿ ਬਿਲਕੁਲ ਇਹ ਤਾਂ ਉਹਨਾਂ ਦੀਆਂ ਕਈਆਂ ਗੱਲਾਂ ਸੱਚ ਸੀ, ਇਸ ਕਰਕੇ ਮੈਨੂੰ ਚੁੱਪ ਹੋਣਾ ਪਿਆ। ਮੈਂ ਸੋਚਿਆ ਕਿ ਬਿਲਕੁਲ ਇਹ ਠੀਕ ਆਖਦੀਆਂ ਨੇ। ਭਾਈ ਮਰਦਾਨੇ ਨੇ ਕਿਹਾ ਕਿ ਨਹੀਂ, ਬਿਲਕੁਲ ਤੂੰ ਗਲਤ ਸੋਚਿਆ। ਕਹਿਣ ਲੱਗੀ ਕਿਵੇਂ? ਕਹਿਣ ਲੱਗਾ, ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨਾ ਤਾਂ ਉਹ ਹਿੰਦੂ ਨੇ ਤੇ ਨਾ ਉਹ ਮੁਸਲਮਾਨ ਨੇ, ਉਹ ਤਾਂ ਖੁਦਾ ਤੇ ਰਾਮ ਦਾ ਰੂਪ ਨੇ। ਉਹ ਤਾਂ ਸਾਰਿਆਂ ਨੂੰ ਇੱਕੋ ਹੀ ਨਿਗਾਹ ਦੇ ਨਾਲ ਦੇਖਦੇ ਨੇ। ਉਹ ਤਾਂ ਇਵੇਂ ਆ ਜਿਵੇਂ ਸੂਰਜ ਦਾ ਪ੍ਰਕਾਸ਼ ਹੋਵੇ, ਜਿਵੇਂ ਅਸਮਾਨ ਹੋਵੇ, ਉਹ ਸਾਰੇ ਥਾਵਾਂ 'ਤੇ ਦਿਖਾਈ ਦਿੰਦਾ ਹੈ। ਭਾਈ ਮਰਦਾਨਾ ਸਾਹਿਬ ਜੀ ਦੀ ਘਰਵਾਲੀ ਨੇ ਆਖਿਆ ਕਿ ਫਿਰ ਇਹ ਦੱਸੋ ਕਿ ਉਹ ਖੱਤਰੀ ਭੂਸ਼ਣ ਹੋਣ ਦੇ ਕਰਕੇ ਬੇਦੀ ਭੂਸ਼ਣ ਹੈ, ਉੱਚੀ ਜਾਤ ਵਾਲਾ ਹੈ, ਤੇ ਸਾਡੇ ਮਰਾਸੀਆਂ ਦੇ ਘਰ ਦੇ ਵਿੱਚ ਕਦੀ ਆਇਆ? ਬਿਲਕੁਲ ਅੱਜ ਤੱਕ ਨਹੀਂ ਆਇਆ। ਅੱਜ ਤੱਕ ਤੇ ਉਹਨੇ ਸਾਡੇ ਘਰ ਦੇ ਵਿੱਚ ਆ ਕੇ ਭੋਜਨ ਤੱਕ ਨਹੀਂ ਛਕਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤੇ ਭਾਈ ਮਰਦਾਨੇ ਨੂੰ ਭਰੋਸਾ ਇਤਨਾ, ਉਹਨੇ ਕਿਹਾ ਕਿ ਦੇਖ ਭਗਵਾਨੇ, ਘਰ ਦੇ ਵਿੱਚ ਜੋ ਵੀ ਕੁਝ ਆ ਨਾ, ਅੱਜ ਤੂੰ ਬਣਾ, ਮੈਂ ਬਾਬੇ ਨਾਨਕ ਨੂੰ ਹੁਣੇ ਲੈ ਕਰਕੇ ਆਉਣਾ ਤੇ ਸਾਡੇ ਘਰ ਦੇ ਵਿੱਚ ਪ੍ਰਸ਼ਾਦਾ ਛਕਣਾ ਹੈ। ਨਾਲ ਇਹ ਵੀ ਬਚਨ ਕਹਿ ਦਿੱਤੇ ਕਿ ਜੇਕਰ ਨਾ ਆਇਆ ਤੇ ਸਮਝੀ ਫਿਰ ਯਾਰੀ ਟੁੱਟੀ,
ਪਰ ਇਹ ਵੀ ਨਾਲ ਬਚਨ ਕਹਿ ਦਿੱਤੇ, ਕਹਿੰਦੇ ਬਾਬੇ ਨਾਨਕ ਨੇ ਯਾਰੀ ਟੁੱਟਣ ਨਹੀਂ ਦੇਣੀ। ਜਦੋਂ ਘਰੋਂ ਇਹ ਕਹਿ ਕੇ ਤੇ ਬਾਹਰ ਨੂੰ ਭਾਈ ਮਰਦਾਨੇ ਨਿਕਲੇ ਤੇ ਮਨ ਦੇ ਵਿੱਚ ਸੋਚਦੇ ਨੇ ਕਿ ਜੇਕਰ ਬਾਬਾ ਨਾਨਕ ਮੇਰੇ ਨਾਲ ਚੱਲ ਕੇ ਨਾ ਆਇਆ, ਮੇਰੀ ਤਾਂ ਹਾਨੀ ਹੋ ਜਾਏਗੀ ਤੇ ਮੈਂ ਆਪਣੀ ਘਰਵਾਲੀ ਆਪਣੇ ਪਰਿਵਾਰ ਦੇ ਅੱਗੇ ਜਿਹੜਾ ਹੈ ਅੱਖਾਂ ਨੀਵੀਆਂ ਕਰ ਬੈਠਾਂਗਾ। 200 ਕੁ ਕਦਮ ਕਹਿੰਦੇ ਸਾਖੀਕਾਰ ਕਹਿੰਦਾ ਚੱਲਿਆ ਹੋਣਾ ਭਾਈ ਮਰਦਾਨਾ, ਅੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਰੇ ਆਉਂਦੇ ਮਿਲੇ। ਭਾਈ ਮਰਦਾਨਾ ਪੁੱਛਦਾ ਹੈ ਕਿ ਮਹਾਰਾਜ ਆਪ ਜੀ ਕਿੱਧਰ ਚੱਲੇ? ਤੇ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਮੇਰੇ ਮਨ ਦੇ ਵਿੱਚ ਅੱਜ ਸਵੇਰ ਤੋਂ ਇਹ ਖਿਆਲ ਆਉਂਦਾ ਸੀ ਕਿ ਅੱਜ ਮਰਦਾਨੇ ਦੇ ਘਰੇ ਚੱਲਦੇ ਹਾਂ, ਅੱਜ ਦੁਪਹਿਰ ਦਾ ਪ੍ਰਸ਼ਾਦਾ ਮਰਦਾਨੇ ਦੇ ਘਰੋਂ ਛਕ ਕੇ ਆਉਣਾ। ਤੇ ਭਾਈ ਮਰਦਾਨੇ ਦੀਆਂ ਅੱਖਾਂ ਅਥਰੂਆਂ ਦੇ ਨਾਲ ਭਰ ਆਈਆਂ, ਸੇਜ਼ਲ ਹੋ ਗਈਆਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖਿਆ, ਕਹਿਣ ਲੱਗਾ ਮਹਾਰਾਜ ਤੂੰ ਤੇ ਇੰਨਾ ਕਿਰਪਾਲੂ ਏ ਕਿ ਸਾਡੇ ਮਨ ਦੇ ਵਿੱਚ ਜੇ ਇੱਕ ਅੱਧਾ ਸ਼ੰਕਾ ਆਉਣ ਲੱਗਦਾ ਹੈ ਤੇ ਤੂੰ ਉਹ ਸ਼ੰਕਾ ਵੀ ਨਿਵਰਤ ਕਰਨ ਵਾਸਤੇ ਆਪ ਤੁਰ ਕੇ ਆ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ, ਉਹਨਾਂ ਦੀ ਵਿਸ਼ਾਲਤਾ ਸੀ। ਮਹਾਰਾਜ ਕਹਿੰਦੇ ਨੇ ਸੈਫ ਖਾਂ ਅਸੀਂ ਤਾਂ ਪ੍ਰੇਮ ਦੇ ਘਰ ਦੇ ਵਿੱਚ ਟਿਕਣਾ ਹੈ, ਨਾ ਤੇ ਬਾਹਰੀ ਇਮਾਰਤਾਂ ਸਾਡੇ ਵਾਸਤੇ ਕੋਈ ਵੱਖਰਾ ਦਰਜਾ ਰੱਖਦੀਆਂ ਨੇ। ਭਾਵੇਂ ਤੂੰ ਗੁਰਦੁਆਰਾ ਧਰਮਸ਼ਾਲਾ ਨਾਮ ਹੀ ਬਣਾਇਆ ਹੁੰਦਾ ਤੇ ਅਸੀਂ ਇਸ ਮਸੀਤ ਦੇ ਵਿੱਚ ਆ ਕੇ ਵੀ ਟਿਕ ਸਕਦੇ ਸੀ। ਸਤਿਗੁਰ ਮਹਾਰਾਜ ਜੀ ਦੇ ਫਿਰ ਇਹ ਸੈਫ ਖਾਂ ਜਿਹੜਾ ਸੀ ਇਹ ਰਕਾਬ ਨੂੰ ਪਕੜ ਕਰਕੇ ਤੇ ਆਪਣੇ ਮਹਿਲਾਂ ਤੱਕ ਆਪਣੇ ਘਰ ਤੱਕ ਲੈ ਕੇ ਗਿਆ। ਸਤਿਗੁਰ ਮਹਾਰਾਜ ਜੀ ਦਾ ਉਤਾਰਾ ਕਰਵਾਇਆ। ਮਾਤਾ ਗੁਜਰੀ ਜੀ ਜਿਹੜੇ ਸੀ ਉਹ ਨਾਲ ਸੀ। ਸਤਿਗੁਰ ਮਹਾਰਾਜ ਜੀ ਦੇ ਮਹਿਲ ਜਿਹੜੇ ਸੀ ਉਹ ਵੀ ਇਸ ਦੇ ਘਰ ਤੱਕ ਗਏ ਤੇ ਅੰਦਰ ਜਾ ਕਰਕੇ ਉਤਾਰਾ ਕਰਵਾਇਆ। ਸੈਫ ਖਾਂ ਦੀ ਘਰਵਾਲੀ ਨੇ ਸਤਿਗੁਰ ਮਹਾਰਾਜ ਜੀ ਦੇ ਮਹਿਲਾਂ ਨੂੰ, ਧੰਨ ਮਾਤਾ ਗੁਜਰੀ ਜੀ ਨੂੰ, ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ। ਬੜੇ ਕੀਮਤੀ ਬਸਤਰ ਭੇਟ ਕੀਤੇ, ਬਹੁਤ ਕੀਮਤੀ ਜੇਵਰ ਭੇਟ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਕਿਰਪਾ ਵਰਤੀ। ਸੈਫ ਖਾਂ ਜਿਹੜਾ ਸੀ ਇੰਨਾ ਸਤਿਗੁਰ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਭਿੱਜ ਗਿਆ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਫਿਰ ਇੱਥੇ 9 ਦਿਨ ਮਹਾਰਾਜ ਜੀ ਇੱਥੇ ਟਿਕਾਣਾ ਕੀਤਾ। 9 ਦਿਨ ਸਤਿਗੁਰ ਮਹਾਰਾਜ ਜੀ ਰੁਕੇ। ਸਤਿਗੁਰ ਮਹਾਰਾਜ ਜੀ ਇੱਥੋਂ ਚੱਲੇ। ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਲੰਮੀਆਂ ਯਾਤਰਾ ਕੀਤੀਆਂ ਤੇ ਸੈਫ ਖਾਂ ਦੇ ਨਾਲ ਇੰਨੇ ਕੁ ਯਾਰੀ, ਇੰਨਾ ਕੁ ਪ੍ਰੇਮ ਸਤਿਗੁਰ ਮਹਾਰਾਜ ਨੇ ਕੀਤਾ ਕਿ ਮਹਾਰਾਜ ਜੇਕਰ ਦੂਰ ਦਰਾਡੇ ਜਾਂਦੇ, ਕੋਈ ਚੰਗੀ ਉੱਥੋਂ ਦੀ ਵਸਤੂ ਮਿਲਦੀ ਤੇ ਮਹਾਰਾਜ ਜੀ ਸਿੱਖਾਂ ਦੇ ਰਾਹੀਂ ਜਿਹੜੀ ਸੀ ਉਹ ਵਸਤੂ ਸੈਫ ਖਾਂ ਨੂੰ ਜ਼ਰੂਰ ਭੇਜਦੇ। ਸਤਿਗੁਰ ਮਹਾਰਾਜ ਜੀ ਦੇ ਇੱਕ ਮੰਗੇਰ ਦੇ ਹੁਕਮਨਾਮੇ ਦੇ ਵਿੱਚ ਮਿਲਦਾ ਹੈ ਕਿ ਸਤਿਗੁਰ ਮਹਾਰਾਜ ਜੀ ਨੇ ਕਿਹਾ ਕਿ ਬਹੁਤ ਅੱਛੇ 5 ਬਾਸੇਨ ਅੱਛੇ ਜਿਹੜੇ ਸੀ ਉਹ ਸੈਫ ਖਾਂ ਨੂੰ ਭੇਜਣੇ। ਤੇ ਮਹਾਰਾਜ ਉਸ ਹੁਕਮਨਾਮੇ 'ਚ ਲਿਖਦੇ ਨੇ ਕਿ ਸਿੱਖਾਂ ਨੂੰ, ਭਾਈ ਦਿਆਲਾ ਜੀ ਨੂੰ, ਕਿ ਇਹ 5 ਬਾਸਨ ਜਿਹੜੇ ਹਨ, 5 ਸੋਨੇ ਜੇ ਬਰਤਨ ਜਿਹੜੇ ਨੇ, ਇਹ ਕਲਿਆਣੇ ਦੀ ਧਰਮਸ਼ਾਲਾ ਦਿੱਲੀ ਭੇਜਦੇ ਨੇ ਤੇ ਉਹਨਾਂ ਨੂੰ ਕਹਿਣਾ ਕਿ ਇਹ ਸੈਫ ਖਾਂ ਨੂੰ ਸੈਫਾਬਾਦ ਜਾ ਕੇ ਉਹਨੂੰ ਦੇ ਕੇ ਆਉਣ। ਸਤਿਗੁਰ ਮਹਾਰਾਜ ਫਿਰ ਇਸ ਅਸਥਾਨ 'ਤੇ ਰੁਕੇ। ਇੱਥੇ ਸਤਿਗੁਰ ਮਹਾਰਾਜ ਬਹੁਤ ਵਾਰ ਆਏ ਤੇ ਸਤਿਗੁਰ ਮਹਾਰਾਜ ਜੀ ਨੇ ਇੱਥੇ ਆ ਕੇ ਸੈਫ ਖਾਂ ਦੇ ਨਾਲ ਬਹੁਤ ਪ੍ਰੇਮ ਜਿਹੜਾ ਸੀ ਉਹਨੇ ਮਾਣਿਆ, ਗੁਰੂ ਸਤਿਗੁਰ ਮਹਾਰਾਜ ਜੀ ਦਾ। ਤੇ ਇਸ ਅਸਥਾਨ ਦੇ ਉੱਪਰ ਹੀ ਸਤਿਗੁਰ ਮਹਾਰਾਜ ਜਿੱਥੇ ਆ ਕੇ ਟਿਕਾਣਾ ਕੀਤਾ, ਇਸ ਅਸਥਾਨ 'ਤੇ ਹੀ ਗੁਰਦੁਆਰਾ ਬਹਾਦਰਗੜ੍ਹ ਜਿਹੜਾ ਹੈ ਉਹ ਸੁਭਾਏਮਾਨ ਹੈ। ਇੱਥੋਂ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਫਿਰ ਪਿੰਡ ਲਹਿਲ ਜਾਂਦੇ ਨੇ। ਲਹਿਲ ਅੱਜ ਪਟਿਆਲੇ ਦੀ ਧਰਤੀ, ਜਿੱਥੇ ਅੱਜ ਗੁਰਦੁਆਰਾ ਦੂਖ ਨਿਵਾਦ ਸਾਹਿਬ ਸੁਭਾਏਮਾਨ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਲਹਿਲ ਦੀ ਧਰਤੀ 'ਤੇ ਗਏ, ਸਤਿਗੁਰ ਮਹਾਰਾਜ ਨੇ ਇੱਥੇ ਚਰਨ ਪਾਏ। ਇੱਥੇ ਇੱਕ ਮਾਤਾ ਹੈ ਜਿੰਦਾ ਨਾਂ ਇਤਿਹਾਸ ਨੇ ਲਿਖਿਆ ਹੈ ਕਰਮੋਦਈ। ਕਰਮੋਦਈ ਨੇ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇਸ ਇਲਾਕੇ ਦੇ ਅੰਦਰ ਚੇਚਕ ਨੇ ਜਿਹੜਾ ਹੈ ਬਹੁਤ ਲੋਕਾਂ ਨੂੰ ਬੇਹਾਲ ਕੀਤਾ ਹੈ। ਚੇਚਕ ਦੇ ਕਾਰਨ ਸਤਿਗੁਰ ਮਹਾਰਾਜ ਜੀ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਬਹੁਤ ਬਿਮਾਰੀ ਦੇ ਨਾਲ ਲੋਕ ਪੀੜਤ ਨੇ, ਆਪ ਕਿਰਪਾ ਕਰੋ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਇਸ ਬਿਮਾਰੀ ਤੋਂ ਨਿਜਾਤ ਮਿਲ ਸਕੇ। ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦਿੱਲੀ ਗਏ ਸਨ, ਉੱਥੇ ਵੀ ਚੇਚਕ ਦਾ ਜਿਹੜਾ ਰੋਗ ਸੀ ਉਹ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ। ਜਿਸ ਰੋਗ ਦੇ ਕਰਕੇ ਸਤਿਗੁਰ ਮਹਾਰਾਜ ਜੀ ਨੇ ਆਪਣੇ ਚਰਨ ਪਹੁਲ ਜਿਹੜੀ ਸੀ ਉੱਥੇ ਦਿੱਲੀ ਨਿਵਾਸੀ ਸੰਗਤਾਂ ਨੂੰ ਦੇਣਾ ਕੀਤੀ।
ਜਿੰਦੇ ਕਰਕੇ ਸੰਗਤ ਦਾ ਜਿਹੜਾ ਰੋਗ ਸੀ ਉਹ ਨਿਵਰਤ ਹੋਇਆ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਲਹਿਲ ਪਿੰਡ ਆਉਂਦੇ ਨੇ ਤੇ ਇਸ ਅਸਥਾਨ ਦੇ ਉੱਤੇ ਕਰਮੋ ਦੇਈ ਨੇ ਆ ਕੇ ਬੇਨਤੀ ਕੀਤੀ ਤੇ ਮਹਾਰਾਜ ਜੀ ਨੇ ਬੇਨਤੀ ਪ੍ਰਵਾਨ ਕਰਦਿਆਂ ਆਪਣੀ ਚਰਨ ਧੂੜ ਜਿਹੜੀ ਸੀ ਉਸ ਮਾਈ ਕਰਮੋ ਦੇਈ ਨੂੰ ਦੇਣਾ ਕੀਤੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਇਸ਼ਨਾਨ ਕਰਵਾਇਆ। ਉਸ ਅਸਥਾਨ ਦੇ ਉੱਪਰ ਫਿਰ ਕਰਮੋ ਦੇਈ ਦਾ ਜਿਹੜਾ ਰੋਗ ਸੀ ਉਹ ਨਿਵਰਤ ਹੋਇਆ, ਉਹਦੀ ਚੇਚਕ ਠੀਕ ਹੁੰਦੀ ਏ। ਕਰਮੋ ਦਈ ਦੀ ਚੇਚਕ ਠੀਕ ਹੋਣ ਤੋਂ ਬਾਅਦ ਵਿੱਚ ਬਹੁਤ ਸਾਰੇ ਲਾਗੇ ਇਲਾਕੇ ਦੇ ਜਿਹੜੇ ਨਗਰ ਸਨ, ਬਹੁਤ ਸਾਰੇ ਲੋਕ ਉੱਥੇ ਆਏ, ਸਤਿਗੁਰ ਮਹਾਰਾਜ ਜੀ ਦੇ ਚਰਨ ਪਰਸੇ। ਸਤਿਗੁਰ ਮਹਾਰਾਜ ਜੀ ਨੇ ਉੱਥੇ ਨਾਮ ਦੀ ਦਾਤ ਵੰਡੀ, ਸਤਿਗੁਰ ਮਹਾਰਾਜ ਜੀ ਨੇ ਕਿਰਪਾ ਕੀਤੀ। ਅੱਜ ਵੀ ਉਸ ਅਸਥਾਨ ਦੇ ਉੱਪਰ ਜਦੋਂ ਕੋਈ ਸ਼ਰਧਾ ਤੇ ਭਾਵਨਾ ਦੇ ਨਾਲ ਜਾਂਦਾ ਹੈ ਤੇ ਉਸ ਦੀ ਭਾਵਨਾ ਫਲੀਭੂਤ ਹੁੰਦੀ ਹੈ, ਕਿਉਂਕਿ ਗੁਰੂ ਅਸਥਾਨਾਂ ਦੇ ਉੱਤੇ ਗੁਰੂ ਕੀ ਕਿਰਪਾ ਜਿਹੜੀ ਹੈ ਉਹ ਹਮੇਸ਼ਾ ਵਰਤਦੀ ਰਹਿੰਦੀ। ਇਹ ਨਹੀਂ ਕਿ ਉਹ ਕਿਰਪਾ ਉਦੋਂ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਗਏ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਦੇ ਬਾਰੇ ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਨਹੀਂ ਲਿਖਿਆ ਕਿ ਬੈਠਾ ਸੀ, ਲਿਖਣ ਲੱਗੇ ਭਾਈ ਗੁਰਦਾਸ ਆਖਦੇ ਨੇ ਕਿ ਬੈਠਾ ਹੈ, ਬੈਠਾ ਸੋਢੀ ਪਾਤਸ਼ਾਹ। ਸੋਢੀ ਪਾਤਸ਼ਾਹ ਅੱਜ ਵੀ ਉੱਥੇ ਮੌਜੂਦ ਨੇ ਤੇ ਅਸੀਂ ਸਾਧ ਸੰਗਤ ਜੀ ਅੱਜ ਵੀ ਦੇਖਦੇ ਹਾਂ ਕਿ ਹਰਿਮੰਦਰ ਸਾਹਿਬ ਦੀ ਉਹ ਪਾਵਨ ਧਰਤੀ ਹੈ ਕਿ ਜਿੱਥੇ ਅੱਜ ਵੀ ਅਨੇਕਾਂ ਚਮਤਕਾਰ ਹੋ ਜਾਂਦੇ ਨੇ, ਅਨੇਕਾਂ ਭਾਵਨਾ ਨੂੰ ਫਲ ਲੱਗਦੇ ਨੇ, ਕਿਸੇ ਨੂੰ ਨੇਤਰ ਮਿਲ ਜਾਂਦੇ ਨੇ, ਕਿਸੇ ਨੂੰ ਚੱਲਣ ਦੀ ਤਾਕਤ ਸਤਿਗੁਰ ਮਹਾਰਾਜ ਦੇ ਦਿੰਦੇ ਨੇ। ਪਿੱਛੇ ਜੇ ਆਪ ਸੰਗਤ ਨੇ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿ ਪੰਜੋਖੜਾ ਸਾਹਿਬ ਦੀ ਧਰਤੀ, ਜਿੱਥੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ ਨੇ ਪੰਡਤ ਲਾਲ ਚੰਦ ਦੇ ਹੰਕਾਰ ਨੂੰ ਤੋੜਿਆ। ਜਿਹੜਾ ਹੰਕਾਰ ਕਰਕੇ ਆਇਆ ਸੀ ਕਿ ਗੀਤਾ ਜਿਹੜੀ ਹੈ ਤੁਸੀਂ ਸੁਣਾ ਸਕਦੇ ਹੋ, ਉਹਦੇ ਅਰਥ ਸਮਝਾ ਸਕਦੇ ਹੋ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਅਸੀਂ ਸੁਣਾਵਾਂਗੇ ਤੇ ਸ਼ਾਇਦ ਹੋ ਸਕਦਾ ਹੈ ਕਿ ਤੂੰ ਕਹੇਂਗਾ ਕਿ ਇਹਨਾਂ ਨੇ ਪੜ੍ਹੀ ਹੋਏਗੀ ਤੇ ਅਰਥ ਆਉਂਦੇ ਹੋਣਗੇ। ਤੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕਿਹਾ ਸੀ ਕਿ ਜਿੰਦੇ ਤੇ ਤੈਨੂੰ ਭਰੋਸਾ ਹੈ ਕਿ ਅਸੀਂ ਉਹਦੇ ਤੋਂ ਇਹ ਅਰਥ ਕਰਵਾ ਦਿੰਨੇ ਆ, ਤੂੰ ਕਿਸੇ ਨੂੰ ਵੀ ਲੈ ਕੇ ਆ, ਅਸੀਂ ਉਹਦੇ ਤੋਂ ਗੀਤਾ ਦੇ ਅਰਥ ਕਰਵਾਵਾਂਗੇ। ਤੇ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਛੱਜੂ ਝੀਵੜ ਨੂੰ ਲੈ ਕਰਕੇ ਆਇਆ ਸੀ, ਜਿਹੜਾ ਚੰਗੀ ਤਰ੍ਹਾਂ ਨਾ ਤੇ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ। ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਅਜ਼ਮਤ ਉੱਥੇ ਵਰਪਰੀ, ਕਿਰਪਾ ਸਤਿਗੁਰੂ ਮਹਾਰਾਜ ਜੀ ਦੀ ਹੋਈ। ਛੱਜੂ ਝੀਵੜ ਨੇ ਉਸ ਸਥਾਨ ਤੇ ਉਸ ਗੀਤਾ ਦੇ ਅਰਥ ਐਸੇ ਕਰਕੇ ਸੁਣਾਏ ਕਿ ਲਾਲ ਚੰਦ ਜਿਹੜਾ ਸੀ ਹੰਕਾਰ ਕਰਕੇ ਉੱਚਾ ਹੋ ਕੇ ਆਕੜਿਆ, ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਨਵਾਇਆ। ਉਸ ਅਸਥਾਨ ਦੇ ਉੱਪਰ ਇੱਕ ਜਨਮ ਤੋਂ ਗੂੰਗੀ ਬੱਚੀ ਜਿਹੜੀ ਸੀ ਉਹਦੀ ਆਵਾਜ਼ ਪਰਤ ਕੇ ਆਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਲਹਿਲ ਪਿੰਡ, ਜਿੱਥੇ ਅੱਜ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੁਭਾਏਮਾਨ ਹੈ, ਪਟਿਆਲੇ ਦੀ ਧਰਤੀ, ਮਹਾਰਾਜ ਜੀ ਨੇ ਇੱਥੇ ਚਰਨ ਪਾਏ ਤੇ ਸਤਿਗੁਰੂ ਮਹਾਰਾਜ ਜੀ ਦੀ ਚਰਨ ਧੂੜ ਦੇ ਨਾਲ, ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉੱਥੇ ਅੱਜ ਵੀ ਰੋਗ ਜਿਹੜੇ ਨੇ ਉਹ ਨਿਵਰਤ ਹੁੰਦੇ ਨੇ। ਲੋਕ ਸ਼ਰਧਾ ਭਾਵਨਾ ਨਾਲ ਜਾ ਕੇ ਉੱਥੇ ਇਸ਼ਨਾਨ ਕਰਦੇ ਨੇ। ਖਾਸ ਕਰਕੇ ਪੰਚਮੀ ਦਾ ਦਿਹਾੜਾ ਉੱਥੇ ਮਨਾਇਆ ਜਾਂਦਾ ਹੈ ਤੇ ਸੰਗਤ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਨੂੰ ਅੱਜ ਵੀ ਮਹਿਸੂਸ ਕਰਦੀ ਹੈ ਕਿ ਮਹਾਰਾਜ ਗੁਰੂ ਤੇਗ ਬਹਾਦਰ ਦੀ ਕਿਰਪਾ, ਮਹਾਰਾਜ ਜੀ ਦੀ ਇੱਥੇ ਬਖਸ਼ਿਸ਼ ਵਰਤਦੀ ਹੈ। ਸੋ ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਕਰਮੋ ਦਈ ਨੇ ਪਰਸੇ। ਬਾਅਦ ਵਿੱਚ ਉਸ ਅਸਥਾਨ ਦੀ ਸੇਵਾ ਜਿਹੜੀ ਸੀ ਮਹਾਰਾਜਾ ਕਰਮ ਸਿੰਘ ਹੋਣਾ ਨੇ ਕਰਵਾਈ ਤੇ ਸਤਿਗੁਰੂ ਮਹਾਰਾਜ ਜੀ ਦਾ ਉਹ ਅਸਥਾਨ ਜਿਹੜਾ ਸੀ ਮੋਤੀ ਬਾਗ ਅਸਥਾਨ ਵੀ ਬਣਾਉਣਾ ਕੀਤਾ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੀ ਦੀ ਸੇਵਾ ਵੀ ਕਰਵਾਈ। ਅੱਜ ਵੀ ਸਾਨੂੰ ਭਰੋਸਾ ਤੇ ਯਕੀਨ ਰੱਖਣ ਦੀ ਲੋੜ ਹੈ ਕਿ ਇੱਕ ਗੁਰੂ ਹੀ ਹੈ ਜਿਹੜਾ ਸੰਸਾਰ ਨੂੰ, ਵਿਸ਼ਵ ਨੂੰ ਸ਼ਾਂਤੀ ਦੇ ਸਕਦਾ ਹੈ। ਅਰਦਾਸ ਕਰਿਆ ਕਰੋ ਕਿ ਸਤਿਗੁਰੂ ਮਹਾਰਾਜ ਜਗਤ ਜਲੰਦਾ ਰੱਖ ਲੈ। ਜਗਤ ਸੜਦਾ ਪਿਆ ਹੈ, ਆਪ ਕਿਰਪਾ ਮਿਹਰ ਦੀ ਨਿਗਾਹ ਕਰੋ, ਇਸ ਜਗਤ ਸੜਦੇ ਬਲਦੇ ਨੂੰ ਰੱਖ ਲਿਵੋ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੇ ਉਬਾਰ। ਗੁਰੂ ਕਿਰਪਾ ਕਰੇ ਵਿਸ਼ਵ ਦੇ ਵਿੱਚ ਫਿਰ ਉਸੇ ਤਰ੍ਹਾਂ ਸ਼ਾਂਤੀ ਰਵਾਨਗੀ ਆ ਸਕੇ, ਇਹ ਰੋਗ ਮੁਕਤ ਹੋ ਸਕੇ, ਜੀਵਨ ਜਿਹੜਾ ਹੈ ਸੁਖਾਲਾ ਹੋ ਸਕੇ। ਗੁਰੂ ਚਰਨਾਂ ਵਿੱਚ ਅਰਦਾਸ ਜ਼ਰੂਰ ਕਰੋ। ਬੋਲਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦਾ ਅਗਲੇਰਾ ਇਤਿਹਾਸ ਅਗਲੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਕਰਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰਨਾਉ ਨਿਤ ਆਵੇ